ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਰਮ ਸਨਮਾਨਯੋਗ, ਪਰਮ ਸਤਿਕਾਰਯੋਗ ਜੁਗ ਜੁਗ ਅਟਲ ਚਵਰ ਤਖਤ ਦੇ ਮਾਲਕ ਵਾਲੀਆ ਕੁਲ ਆਲਮ ਗਰੀਬ ਨਵਾਜ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੱਜ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਆਓ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਔਰ ਜੋ ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਇਲਾਹੀ ਬਾਣੀ ਦੀ ਲੜੀਵਾਰ ਵਿਚਾਰ ਕਰ ਰਹੇ ਹਾਂ, ਆਓ ਇਸ ਪਾਵਨ ਵਿਚਾਰ ਨੂੰ ਅੱਗੇ ਪ੍ਰਾਰੰਭ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਉ ਨਾਹੀ ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਨਾਵਾ ਜੋ ਨਿਸ਼ਾਨ ਜੋ ਜਗ ਮੈਂ ਆਇਓ, ਲਾਗਤ ਪਵਨ ਖਸਮ ਬਿਸਰਾਇਓ, ਜ਼ੀਰਾ ਹਰ ਕੇ ਗੁਣਾ ਗਾਓ, ਅਰਹਾਉ। ਪਰਮ ਸਨਮਾਨਯੋਗ, ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਅੱਜ ਦੇ ਪਾਵਨ ਪਵਿੱਤਰ ਸ਼ਬਦ ਜਿਨ੍ਹਾਂ ਤੋਂ ਅੱਜ ਦੀ ਇਸ ਪਾਵਨ ਵਿਚਾਰ ਨੂੰ ਪ੍ਰਾਰੰਭ ਕਰਨਾ ਹੈ, ਭਗਤ ਕਬੀਰ ਸਾਹਿਬ ਜੀ ਉਹਨਾਂ ਦੇ ਪਾਵਨ ਪਵਿੱਤਰ ਮਖਾਰ ਬਿੰਦ ਤੋਂ ਉਚਾਰਨ ਹੋਏ। ਇਹ ਪਾਵਨ ਸ਼ਬਦ ਰਾਗ ਗੌੜੀ ਦੇ ਅੰਦਰ ਔਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਮੁਕੱਦਸ ਅੰਗ 337 ਦੇ ਉੱਪਰ ਸਭਾਏਮਾਨ ਹੈ। ਇਸ ਪਾਵਨ ਸ਼ਬਦ ਦੇ ਆਰੰਭ ਦੇ ਵਿੱਚ ਸਰਲੇਖ ਲਿਖਿਆ ਗੌੜੀ ਨਾਵਾ, ਭਾਵ ਕਿ ਨਾਇਆ ਪਾਇਆ ਹੋਇਆ ਹੈ, ਜਿਹਦਾ ਅਰਥ ਕਰੀਏ ਕਿ ਇਸ ਪਾਵਨ ਸ਼ਬਦ ਨੂੰ ਗੌੜੀ ਰਾਗ ਦੇ 9ਵੇਂ ਘਰ ਵਿੱਚ ਗਾਉਣ ਦੀ ਹਦਾਇਤ। ਅੱਗੇ ਹੁਣ ਭਗਤ ਕਬੀਰ ਸਾਹਿਬ ਜੀ ਸਮਝਾਉਣ ਲੱਗੇ, ਜੋਨ ਛਾੜ ਜੋ ਜਗ ਮੈਂ ਆਇਓ, ਲਾਗਤ ਪਵਨ ਖਸਮ ਬਿਸਰਾਇਓ। ਜਿਹਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਆਨੰਦ ਸਾਹਿਬ ਦੇ ਵਿੱਚ ਇਹ ਗੱਲ ਕਹੀ
ਲਿਵ ਛੁਡਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹਨਾਂ ਦੋਨਾਂ ਤੁਕਾਂ ਦੇ ਭਾਵ ਅਰਥ ਇੱਕ ਹਨ। ਕਿਸ ਤਰ੍ਹਾਂ? ਹੁਣ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਵੀ ਭਾਈ ਦੇਖ, ਜੋਨ ਛਾੜ, ਭਾਵ ਕਿ ਜਦੋਂ ਜੀਵ ਮਾਤਾ ਦੇ ਉਦਰ ਦੇ ਵਿੱਚੋਂ ਉਦਰ ਨੂੰ ਛੱਡ ਕੇ ਜਨਮ ਲੈਂਦਾ ਹੈ, ਧਰਤੀ ਦੇ ਉੱਤੇ ਪਹਿਲਾ ਸਵਾਸ ਲੈਂਦਾ ਹੈ, ਜਿਸ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਨਾ, ਲਿਵ ਛੁਡਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਉਸ ਵੇਲੇ ਦੁਨਿਆਵੀ ਮਾਇਆ ਜਿਹੜੀ ਹੈ ਇਹਨੇ ਆਪਣਾ ਪ੍ਰਭਾਵ ਵਿਖਾ ਦਿੱਤਾ। ਤੇ ਪ੍ਰਭਾਵ ਕੀ ਕਿ ਜਿਹੜੀ ਬਿਰਤੀ ਮਾਂ ਦੇ ਪੇਟ ਦੇ ਵਿੱਚ ਉਦਰ ਦੇ ਅੰਦਰ ਜਠਨ ਅਗਨੀ ਦੇ ਅੰਦਰ ਉਸ ਅਕਾਲ ਪੁਰਖ ਪਰਮਾਤਮਾ ਨਾਲ ਲੱਗੀ ਸੀ, ਜਿਹਨੂੰ ਸਤਿਗੁਰੂ ਕਹਿਣ ਲੱਗੇ ਮਾਤ ਗਰਭ ਮੈਂ ਆਪਨ ਸਿਮਰਨ ਦੇ, ਤੈ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ। ਮਾਤਾ ਦੇ ਪੇਟ ਦੇ ਅੰਦਰ ਹੀ ਮੇਰੇ ਦਾਤਾ ਤੂੰ ਕਿਰਪਾ ਕੀਤੀ, ਉਸ ਜਠਨ ਅਗਨੀ ਦੇ ਅੰਦਰ ਮੇਰੇ ਇਸ ਮਾਸ ਦੇ ਲੋਥੜੇ ਨੂੰ ਤੂੰ ਸੇਕ ਨਹੀਂ ਲੱਗਣ ਦਿੱਤਾ। ਪਰ ਕਿਉਂ ਨਹੀਂ ਲੱਗਣ ਦਿੱਤਾ? ਕਿਉਂਕਿ ਮਾਤ ਗਰਭ ਮੇਂ ਆਪਨ ਸਿਮਰਨ ਦੇ, ਤੂੰ ਆਪਣੇ ਸਿਮਰਨ ਦੀ ਦਾਤ ਦਿੱਤੀ, ਔਰ ਉਸ ਸਿਮਰਨ ਦੇ ਕਰਕੇ ਹੀ ਮੇਰੇ ਇਸ ਮਾਸ ਦੇ ਲੋਥੜੇ ਨੂੰ ਉੱਥੇ ਤੱਤਾ ਸੇਕ ਵੀ ਤੂੰ ਲੱਗਣ ਨਹੀਂ ਦਿੱਤਾ। ਪਰ ਹੋਇਆ ਕਿ ਜਦੋਂ ਮੈਂ ਇਸ ਮਾਤ ਲੋਕ ਦੇ ਉੱਤੇ ਪਹਿਲਾਂ ਆ ਕੇ ਸਵਾਸ ਲੈਣਾ ਕੀਤਾ, ਤਾਂ ਫਿਰ ਲਿਵ ਛੁਡਕੀ, ਜਿਹੜੀ ਮੇਰੀ ਬਿਰਤੀ ਤੇਰੇ ਨਾਮ ਨਾਲ ਲੱਗੀ ਹੋਈ ਸੀ, ਤੇਰੇ ਨਾਲ ਜੁੜੀ ਹੋਈ ਸੀ, ਮਾਤਾ ਦੇ ਗਰਭ ਦੇ ਅੰਦਰ ਪਹਿਲਾ ਸਵਾਸ ਲੈਣਾ ਕੀਤਾ, ਉਹ ਮੇਰੀ ਬਿਰਤੀ ਟੁੱਟ ਗਈ। ਪਰ ਟੁੱਟੀ ਕਿਉਂ? ਮਾਇਆ ਅਮਰ ਵਰਤਾਇਆ। ਫਿਰ ਉਸ ਮਾਇਆ ਨੇ, ਦੁਨਿਆਵੀ ਮਾਇਆ ਨੇ ਆਪਣਾ ਪ੍ਰਭਾਵ ਵਿਖਾ ਦਿੱਤਾ, ਬਣਾ ਦਿੱਤਾ। ਇਸੇ ਗੱਲ ਨੂੰ ਅੱਗੇ ਤੋਰਦੇ, ਜੋਨ ਛਾੜ ਜੋ ਜਗ ਮੈਂ ਆਇਓ, ਲਾਗਤ ਪਵਨ ਖਸਮ ਬਸਰਾਇਓ। ਭਗਤ ਸਾਹਿਬ ਜੀ ਕਹਿਣ ਲੱਗੇ ਭਾਈ, ਜਦੋਂ ਜੀਵ ਮਾਂ ਦੇ ਪੇਟ ਨੂੰ ਛੱਡ ਕੇ, ਇਸ ਉਦਰ ਨੂੰ ਛੱਡ ਕੇ ਜਨਮ ਲੈਂਦਾ ਤੇ ਬਾਹਰ ਆਉਂਦਿਆਂ ਕਹਿੰਦੇ ਫਿਰ ਹਵਾ ਲੱਗੀ ਮਾਇਆ ਦੀ ਹਵਾ ਲੱਗਦਿਆਂ ਖਸਮ ਪ੍ਰਭੂ ਨੂੰ ਭੁਲਾ ਦਿੰਦਾ ਹੈ। ਫਿਰ ਉਸ ਦਾਤੇ ਨੂੰ ਭੁਲਾ ਦਿੱਤਾ, ਖਸਮ ਬਿਸਰਾਇਓ, ਵਸਾਰ ਦਿੱਤਾ। ਪਰ ਭਗਤ ਸਾਹਿਬ ਜੀ ਕਹਿਣ ਲੱਗੇ ਕਮਲਿਆ ਚੇਤੇ ਰੱਖੇ, ਜੀਆਰਾ ਹਰ ਕੇ ਗੁਣਾ ਗਾਓ। ਕਹਿੰਦੇ ਹੇ ਮੇਰੀਏ ਜਿੰਦੇ, ਇੱਕ ਗੱਲ ਚੇਤੇ ਰੱਖ, ਜਿਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੇ, ਜਿਸ ਸਿਮਰਨ, ਜਿਸ ਭਗਤੀ, ਜਿਸ ਲਿਵ, ਜਿਸ ਬਿਰਤੀ ਨੇ ਤੈਨੂੰ ਜਠਨ ਅਗਨੀ ਦੇ ਵਿੱਚ ਤੱਤਾ ਸੇਕ ਨਹੀਂ ਲੱਗਣ ਦਿੱਤਾ, ਉਸ ਦਾਤੇ ਨੂੰ ਵਿਸਾਰ ਨਾ, ਉਹਨੂੰ ਕਿਤੇ ਭੁੱਲੀ ਨਾ। ਉਹ ਦਾਤੇ ਦੀ ਸਿਫਤ ਸਲਾਹ ਕਰ, ਉਹਦੇ ਗੁਣ ਗਾਉਣਾ ਕਰ। ਜੀਆਰਾ ਹੇ ਮੇਰੀਏ ਜਿੰਦੇ, ਹਰ ਕੇ ਹਰੀ ਪਰਮਾਤਮਾ ਦੇ ਗੁਣਾ, ਉਹਦੇ ਗੁਣਾਂ ਨੂੰ ਗਾਉਣਾ ਕਰ, ਉਹਦਾ ਸ਼ੁਕਰਾਨਾ ਕਰਿਆ ਕਰ, ਉਹਦੇ ਨਾਮ ਨੂੰ ਜਪਿਆ ਕਰ। ਰਹਾਉ ਗਰਭ ਜੋਨ ਮੈਂ ਉਰਦ ਤਪ ਕਰਤਾ, ਤਉ ਜਠਨ ਜਠਰ ਅਗਨ ਮੈਂ ਰਹਿਤਾ। ਹੁਣ ਅਗਲੀ ਗੱਲ ਭਗਤ ਸਾਹਿਬ ਜੀ ਸਮਝਾਉਣ ਲੱਗੇ ਕਿ ਜਦੋਂ ਤੂੰ ਇਸ ਮਾਤ ਲੋਕ ਦੇ ਉੱਤੇ ਜਨਮ ਲਿਆ, ਉਦੋਂ ਪਹਿਲਾਂ ਦੀ ਤੇਰੀ ਦਸ਼ਾ ਕੀ ਸੀ? ਭਾਵ ਕਿ ਮਾਂ ਦੇ ਪੇਟ ਦੇ ਅੰਦਰ ਤੇਰੀ ਦਸ਼ਾ ਕੀ ਸੀ? ਕਹਿਣ ਲੱਗੇ ਗਰਭ ਜੋਨ ਮਹਿ ਉਰਦ ਤਪ ਕਰਤਾ। ਉਰਦ ਤਪ ਦੇ ਅਰਥ ਹੁੰਦੇ ਨੇ ਪੁੱਠਾ ਲਟਕ ਕੇ ਤਪ ਕਰਨਾ। ਕਹਿਣ ਲੱਗੇ ਭਾਈ, ਜਦੋਂ ਜੀਵ ਮਾਂ ਦੇ ਪੇਟ ਵਿੱਚ ਹੈ ਤੇ ਸਿਰ ਭਾਰ ਟਿਕਿਆ ਹੋਇਆ, ਭਾਵ ਕਿ ਪੁੱਠਾ ਲਟਕਿਆ ਹੁੰਦਾ, ਇਹ ਬੱਚੇ ਦੀ ਬਣਤਰ ਹੈ। ਅਸੀਂ ਸਾਰਿਆਂ ਨੇ ਜਨਮ ਲਿਆ ਮਾਂ ਦੇ ਉਦਰ ਦੇ ਅੰਦਰੋਂ, ਤੇ ਇਸ ਤਰ੍ਹਾਂ ਦੀ ਬਣਤਰ ਹੈ ਜੀ। ਸਿਰ ਥੱਲੇ ਹੈ, ਇਹਨੂੰ ਕਹਿੰਦੇ ਨੇ ਉਰਦ ਤਪ,
ਪੁੱਠਾ ਲਟਕੇ ਤਪ ਕਰਨਾ। ਕਹਿੰਦੇ ਜਦੋਂ ਜੀਵ ਮਾਂ ਦੇ ਪੇਟ ਵਿੱਚ ਸਿਰ ਭਾਰ ਟਿਕਿਆ ਹੋਇਆ ਹੈ, ਉਰਦ ਤਪ ਕਰਤਾ, ਪ੍ਰਭੂ ਦੀ ਬੰਦਗੀ ਕਰਦਾ, ਉਦੋਂ ਤਪ ਕਰਤਾ, ਉਦੋਂ ਬੰਦਗੀ ਕਰਦਾ, ਉਦੋਂ ਸਦਾਤੇ ਨਾਲ ਲਿਵ ਜੁੜੀ ਹੈ। ਤੇ ਫਿਰ ਕਹਿੰਦੇ ਤਉ ਜਠਨ ਅਗਰ ਮੈਂ ਰਹਿਤਾ, ਕਹਿੰਦੇ ਬਸ ਆਹ ਹੀ ਸੀ। ਇਸੇ ਕਰਕੇ ਮਾਂ ਦੇ ਪੇਟ ਦੀ ਅੱਗ ਵਿੱਚ ਵੀ ਉਹ ਬਚਿਆ ਹੋਇਆ ਹੈ। ਤੇ ਇੱਕ ਗੱਲ ਚੇਤੇ ਰੱਖਿਓ, ਸ਼ਾਸਤਰਕਾਰਾਂ ਨੇ, ਗ੍ਰੰਥਕਾਰਾਂ ਨੇ ਸਭ ਤੋਂ ਭਿਆਨਕ ਅਗਨੀ ਪੇਟ ਦੀ ਲਿਖੀ ਹੈ। ਹੁਣ ਆਪਾਂ ਨੂੰ ਪਤਾ ਜੋ ਕੁਝ ਵੀ ਖਵਾ ਦਿਓ ਸਾਰਾ ਕੁਝ ਸੜ ਕੇ ਸਵਾਹ ਹਜਮ ਕਰ ਦਿੰਦਾ ਹੈ। ਇਹ ਅੱਗ ਦਾ ਤੱਤ ਹੈ ਤਾਂ ਹੀ ਹਜਮ ਹੁੰਦਾ ਹੈ। ਸਾਡਾ ਖਾਧਾ ਪੀਤਾ ਹਜਮ ਹੋਣਾ ਅਗਨੀ ਤੱਤ ਕਰਕੇ ਹੈ। ਅਗਨੀ ਤੱਤ ਘਟ ਜਾਵੇ, ਪਾਚਨ ਸ਼ਕਤੀ ਖਤਮ ਹੋ ਜਾਂਦੀ ਹੈ। ਅਗਨੀ ਤੱਤ ਵੱਧ ਜਾਵੇ, ਉਹ ਵੀ ਭਿਆਨਕ ਹੈ, ਉਹ ਵੀ ਦਰਦਨਾਇਕ ਹੋ ਜਾਂਦੀ ਹੈ। ਉਹ ਵੀ ਸਰੀਰ ਨੂੰ ਫਿਰ ਕਈ ਤਰ੍ਹਾਂ ਦੇ ਨੁਕਸਾਨ ਪਹੁੰਚਾਉਂਦੀ ਹੈ। ਹੁਣ ਭਗਤ ਸਾਹਿਬ ਜੀ ਕਹਿਣ ਲੱਗੇ, ਜਦੋਂ ਭਾਈ ਜੀਵ ਮਾਂ ਦੇ ਪੇਟ ਵਿੱਚ ਪੁੱਠਾ ਲਟਕ ਰਿਹਾ ਸੀ, ਸਿਰ ਭਾਰ ਟਿਕਿਆ ਹੋਇਆ ਸੀ, ਉਦੋਂ ਤਾਂ ਕਰਦਾ ਸੀ ਦਾਤੇ ਦੀ ਬੰਦਗੀ, ਉਦੋਂ ਤਾਂ ਉਹਦਾ ਸਿਮਰਨ ਕਰਦਾ ਸੀ। ਤੇ ਉਹ ਸਿਮਰਨ ਦੀ ਦਾਤ ਹੀ ਐਸੀ ਸੀ ਜਿਸ ਨੇ ਜੀਵ ਨੂੰ ਮਾਂ ਦੇ ਪੇਟ ਦੀ ਅੱਗ ਵਿੱਚ ਬਚਾ ਕੇ ਰੱਖਿਆ ਹੋਇਆ ਸੀ। ਤਾਂ ਉਹ ਜਠਰ ਅਗਨ ਮੈਂ ਰਹਿਤਾ, ਇਸ ਕਰਕੇ ਉੱਥੇ ਬਚਿਆ ਸੀ। ਅਗਲੀ ਗੱਲ, 1,84 ਜੋਨ ਭ੍ਰਮ ਆਇਓ, ਆਬ ਕੇ ਛੁੱਟ ਕੇ ਠੌਰ ਨਾ ਠਾਇਓ। 1,84 ਜੋਨ ਭ੍ਰਮ ਆਇਓ। ਕਹਿੰਦੇ ਭਾਈ ਜਿਹੜਾ ਜੀਵ ਆ ਨਾ, ਇਹ 84 ਲੱਖ ਜੂਨਾਂ ਵਿੱਚ ਭਟਕ ਭਟਕ ਕੇ ਭਾਗਾਂ ਦੇ ਨਾਲ ਮਨੁੱਖਾ ਜਨਮ ਵਿੱਚ ਆਇਆ ਹੈ। ਭਾਵ ਕਿ ਜੇ ਮਨੁੱਖਾ ਜਨਮ ਮਿਲਿਆ ਤੇ ਕੋਈ ਐਵੇਂ ਨਹੀਂ ਮਿਲ ਗਿਆ ਜੀ। ਕਿਤੇ ਪਤਾ ਨਹੀਂ ਕਿਹੜੇ ਸਮੇਂ ਦੇ ਚੰਗੇ ਕਰਮ ਕੀਤੇ ਹੋਣਗੇ, ਚੰਗੇ ਭਾਗ ਜਾਗੇ ਮੱਥੇ ਦੇ, ਤੇ ਇਹ ਮਨੁੱਖਾ ਜਨਮ ਪ੍ਰਾਪਤ ਹੋ ਗਿਆ। ਤੇ ਭਗਤ ਸਾਹਿਬ ਜੀ ਕਹਿੰਦੇ ਫਿਰ ਇਸ ਕਰਕੇ ਜਨਮ ਵਿੱਚ ਆ ਗਿਆ ਨਾ ਮਨੁੱਖਾ, ਨਹੀਂ ਤਾਂ 84 ਲੱਖ ਜੂਨ ਵਿੱਚ ਭਟਕਦਾ ਫਿਰਦਾ ਸੀ ਇਹ। ਚੰਗੇ ਕਰਮ ਕਿਤੇ ਭਾਗ ਜਾਗੇ ਤੇ ਮਨੁੱਖਾ ਜਨਮ ਆ ਗਿਆ। ਪਰ ਇੱਥੇ ਆ ਕੇ ਹੋਇਆ ਕਿ ਕਹਿੰਦੇ ਆਪ ਕੇ ਛੁੱਟ ਕੇ ਠੌਰ ਨਾ ਠਾਇਓ। ਕਹਿੰਦੇ ਗੱਲ ਚੇਤੇ ਰੱਖੀ, ਹੁਣ ਜੇ ਤੂੰ ਇੱਥੋਂ ਖੁੰਝ ਗਿਆ ਨਾ, ਆ ਮਨੁੱਖਾ ਜਨਮ ਤੈਨੂੰ ਮਿਲਿਆ, ਕਾਹਦੇ ਲਈ ਮਿਲਿਆ? ਇਹ ਲਾਹਾ ਲੈਣ ਲਈ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹ ਲਾਹੋ। ਪ੍ਰਾਣੀ ਤੂੰ ਆਇਓ ਲਾਹਾ ਲੈਣ, ਤੂੰ ਲਾਹਾ ਲੈਣ ਲਈ ਆਇਆ, ਤੈਨੂੰ ਇਹ ਜੀਵਨ ਮਿਲਿਆ ਮਨੁੱਖਾ। ਤੇ ਲਾਹਾ ਹੈ ਉਸ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਦੇ ਨਾਮ ਦੀ ਬੰਦਗੀ ਸਿਮਰਨ। ਪਰ ਇੱਕ ਗੱਲ ਚੇਤੇ ਰੱਖੀ, ਇੱਥੋਂ ਤੂੰ ਖੁੰਝ ਗਿਆ ਨਾ, ਇਸ ਪੌੜੀ ਤੇ ਜੋ ਨਰ ਚੁੱਕੇ ਹੋ ਆਏ ਜਾਏ ਦੁੱਖ ਪਾਏ ਦਾ। 1,84 ਜੋਨ ਸਭਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਬਸ ਕਹਿੰਦੇ ਇਸ ਪੌੜੀ ਤੇ ਜੋ ਨਰ ਚੁੱਕੇ, ਜਿਹੜਾ ਇਸ ਪੌੜੀ, ਪੌੜੀ ਕਿਉਂ ਕਿਹਾ ਇਹ ਬੜੀ ਧਿਆਨ ਨਾਲ ਸੁਣਿਓ। ਇਸ ਪੌੜੀ, ਪੌੜੀ ਦੇ ਅਰਥ ਤੁਹਾਨੂੰ ਪਤਾ ਹੈ, ਜਿਹਨੂੰ ਅਸੀਂ ਸੀੜੀ ਪੌੜੀ ਕਹਿੰਦੇ, ਕਿਸੇ ਉੱਚੀ ਥਾਂ ਤੇ ਮਕਾਨ ਤੇ ਚੜ੍ਹਨ ਦੀ ਅਸੀਂ ਪੌੜੀ ਵਰਤਦੇ ਹਾਂ। ਇੱਕ ਸਟੈਪ ਬਾਈ ਸਟੈਪ ਡੰਡੇ ਤੋਂ ਦੂਸਰੇ ਡੰਡੇ ਤੇ ਪੈਰ ਰੱਖਿਆ। ਅਸੀਂ ਉੱਚੀ ਥਾਂ ਕਿਸੇ ਮਕਾਨ ਤੇ ਚੜ੍ਹਨਾ ਹੋਵੇ ਤੇ ਪੌੜੀ ਦੀ ਸਾਨੂੰ ਲੋੜ ਹੈ। ਹੁਣ ਸਤਿਗੁਰੂ ਕਹਿੰਦੇ ਇਹ ਜੀਵਨ ਜਿਹੜਾ ਤੈਨੂੰ ਪੌੜੀ ਹੈ, ਜਿਹੜਾ ਮਨੁੱਖਾ ਜਨਮ ਤੈਨੂੰ ਮਿਲਿਆ, ਕਿਉਂ? ਕਿਉਂਕਿ ਉਹ ਪਰਮਾਤਮਾ ਬਹੁਤ ਉੱਚਾ ਤੇ ਬਹੁਤ ਸੁੱਚਾ ਹੈ। ਉਹਨੂੰ ਮਿਲਣ ਦੇ ਲਈ ਤੈਨੂੰ ਇਸ ਪੌੜੀ ਦੀ ਲੋੜ ਸੀ। ਉਹ ਪੌੜੀ ਹੈ ਮਨੁੱਖਾ ਜਨਮ। ਤੇ ਇੱਕ ਗੱਲ ਇਹ 'ਚ ਚੇਤੇ ਰੱਖ, ਇਸ ਪੌੜੀ ਤੇ ਜੋ ਨਰ ਚੁੱਕੇ, ਜੇ ਇੱਥੋਂ ਤਿਲਕ ਗਿਆ, ਭੁੱਲ ਗਿਆ, ਤਾਂ ਫਿਰ ਆਏ ਜਾਏ ਦੁੱਖ ਪਾਏ ਦਾ, ਫਿਰ ਤੂੰ ਹਮੇਸ਼ਾ ਦੁੱਖ ਹੀ ਪਾਵੇਂਗਾ। ਭਾਵ ਕਿ ਜਨਮ ਤੇ ਮਰਨ ਦੇ ਗੇੜ ਵਿੱਚ ਪੈਣਾ ਪਵੇਗਾ। ਸਤਿਗੁਰੂ ਕਹਿੰਦੇ ਤੋ ਜਠਨ ਅਗਨ ਮੈਂ ਰਹਿਤਾ,
भाई 1,84 जोन परम आयो, आपके छुटके ठौर ना ठायो। कहते जीव 84 लख जूना विच भटक भटक के पता नहीं किहड़े भाग जागे मत्थे दे चंगे कर्म सन कीते हुए किते परा लभद, उन्हां करके मनुखा जन्म विच आ गया। पर जब ये अब के छुटके हुण जे इथों तू खुंझ गयो ना, ते भगत साहब जी कहन लगे फिर चेते रखी ठौर ना ठायो। कहते फिर कोई थां थित तेनू मिलना नहीं। भाव ये समा तू गवा लिया, इथों तू किते खुंझ गयो ते फिर बहुत ही जल्दी तेनू ये समा मिलना नहीं। फिर 84 लाख जून विच पता नहीं कित्थे कित्थे तेनू भटकना पै जावे। इस करके भगत साहब जी कहते जी अराए हर के गुणा गाओ, हे मेरे गए जिंदे उस अकाल पुरख परमेश्वर परमात्मा के गुणा नूं गाउणा कर, उहदे नाम नूं जपना कर, उहदी बंदगी उहदा सिमरन करया कर, जिस दाते ने कृपा करके तेनों माँ के पेट में तत्ता सेक नहीं लगन दिता। अगे हुण भगत कबीर साहब जी कहन लगे कहो कबीर भज सारंग पाणी, आवत दिसे जात ना जानी। भगत साहब जी कहन लगे कहो कबीर भज सारंग पाणी। कहते हे भाई उस सारंग पाण धनुषधारी उस परमात्मा की भज भजगी ओदा भजन करया कर, ओदा सिमरन कर, ओदी बंदगी करया कर। आवत दिसै जात ना जानी। कहते कबीर कहन लगे हे कबीर कहन लगे हे कबीर अपनी जिंद नूं समझाउणा कर कि उस सारंग पाण उस अकाल पुरख परमेश्वर दा दाते दे नाम नूं सिमर। कहते फिर जिहड़ा ना जमदा ते ना ही मरदा सुनीदा, ओदा आवत दिसै ना तां आउंदियां दिसदा, जात ना जानी ते ओ जांदियां भी नहीं सुनीदा। भाव के ना जिहड़ा जमदा है ना जिहड़ा मरदा है, जो सਦੀव काल सच है उस दाते नूं सिमरिया कर। सत एक दिगर कोई, जो दाता सदीव सत है। भगत कबीर साहब जी कहते हे मेरी जिंदे उस दाते नूं सिमरिया कर जोड़ा सदीव काल रहन वाला है। भाव जो प्रभु माँ के पेट की अग विच बचा के रखता है, उही जगत की माया की अग तो बचाउण दे लई समर्थ है। ध्यान दिओ, मैं बेनती की कि इतिहासकार ग्रंथकार महापुरुषों ने यह लिखिया कि जिहड़ी माँ के पेट की अग्नि सब तो भयानक अग्नि गिनी जाती है। तो भगत साहब जी कहन लगे भाई जो अकाल पुरख दाता माँ के पेट की अग विच इस जीव नूं बचा के रखता है, उही जगत की माया की अग तो बचाउण दे समर्थ है, होर दूजा कोई है नहीं। इस वास्ते उस दाते का सिमरन ही इत्थे आउण दा मुख मनोरथ होना चाहिए। उहदा सिमरन करिए, पर जे जीव उसनूं इस मनुखा जन्म विच सिमरनों एक बार खुंझ गया, फिर इस पौड़ी ते जोर न चुके फिर आए जाए दुख पाएदा। फिर भगत साहब जी कहते ये दमारा समा नहीं वो तैनूं मिलना, ये मनुखा जन्म वाला समा तैनूं दमारा मिलना नहीं। इस करके भगत साहब जी कहते भाई आ जिहड़ा तैनूं मनुखा जन्म मिल गया ये उस दाते की बंदगी ते सिमरन लई मिलिया होया है। इस करके उस दाते का सिमरन करया कर। गौड़ी पूरबी सुरग बासना बाचियाए, डरिए ना नरक नवास। होना है सो होई है, मने ना कीजे आस। अरमैया गुण गाइए जाते पाइयाए,
परम निदान। अगले पावन शब्द के अंदर भगत साहब जी, भगत कबीर साहब जी ने कृपा की, समझाउण लगे, भाई वेखो, सुरग बास ना बाछिया, डरगे ना नरक निवास पाई। ना तो ये तांग रखनी चाहिए है कि मरण पिछों स्वर्गां दा वसेबा मैनूं मिल जाए। बड़े ध्यान नाल सरवण करियो। हुण भगत साहब जी असल विच सानूं समझाउणा की चाहुंदे ने। सुरग बास ना बाछिया, डरगे ना नरक निवास भाई। ना तो ये तांग रखनी चाहिए है कि मरण पिछों सुरगां दा वसेबा मिल जाए, ते ना इस गल तो डरते रहिए कि किते नरकां विच ही ना पैना पै जाए, किते नरकां विच निवास ना मिल जाए। हुण अगली गल क्यों कहंदे, होना है सो होई है, मने ना कीजे आस। कहंदे जो उस अकाल पुरख परमात्मा की रजा विच जो कुछ होना है वो होवेगा ही होवेगा। ते सो मन विच आसां नहीं बनाउणियां चाहिए। पर बाबा फरीद साहिब कहंदे सी तां आसां दीयां पंडां बन के आ गए इत्थे। आयो बंदा दुनिया विच वत असूनी बन, पंडां बनियां आसां दीयां। भगत साहिब कहंदे आसा राखी ना तू बंदगी कर, सिमरन कर, ते उस परमात्मा ते छड्ड दे। उन्होंने पता भी मैं तेनों की देना है। ते एक गल ये भी चेते रख, किस्मत तो वध ते समय तो पहला कदे किसी को कुछ मिल नहीं सकता। जिन्नी मर्जी कोई कोशिश कर लवे, जे किस्मत विच है तो मिलेगा, पर मिलेगा समय के अनुसार, जो समय विच मिलना है। जिन्नी मर्जी असी कोशिशां करी जाइए। ते भगत साहब जी कहते आसा ना बनिए, सुरगां दी आसा रखिए, ते नरकां तो डर गए ना। छड्ड दिए उस परमात्मा ते, उहदी रजा ते, जो हो कुछ भी होवेगा सो उस परमात्मा की रजा अनुसार ही होवेगा। फिर करिए की, कदे रमैया गुण गाइए जाते पाइए परम निधान। कहते रमैया रामैया हर थां ते रमया होया परमात्मा। अकाल पुरख की सिफत सलाह करनी चाहिए, तो इसे उद्यम नाल वो नाम रूपी खजाना मिल जाए जो सुखां नालों भी उच्चा है, सुरग नालों भी उच्चा है। कहते बस आही कुछ करया करके, उस रमैये उस अकाल पुरख परमात्मा की बंदगी करके, उसका सिमरन करया करिए, उसकी सिफत सलाह करनी चाहिए। अते इसे उद्यम दे नाल वो नाम रूपी खजाना मिल जाता जिहड़ा सारे सुखां नाल उच्चा है, परम निधान। वो खजाना परम के अर्थ ने सब ते उच्चा ते सुच्चा निधान खजाना। हुण सवाल खड़ा हो गया भी वो खजाना किहड़ा है? ते भगत साहब जी कहते वो खजाना है नाम रूपी, जिहड़ा कि मैं बेनती करदा हुन्ना अक्सर भी असी दान मंगते हैं जी, सत ते सतवां दान असी मंगते हैं, दाना सिर दान। सारियां तो श्रोमणी दान नाम दान, नाम दा दान। वो नाम दा दान परम खजाना है, ਉਹਦੀ ਤਾਂ ਸੁਰਗ भी ਉਹਦੀ बराबरी नहीं कर सकते। तो भगत साहब जी कहते पर सुरगां ते नरकां दी आसां छड्ड दिओ, डर छड्ड दिओ, ते केवल उस दाते दे नाम नूं मंगड़ा करो। क्या जप क्या तप संजम, क्या बरत क्या इशनान, जब लग जुगत ना जानिया भाओ भगत भगवान। क्या जप क्या तप क्या संजम, क्या बरत क्या इशनान। हुण कहंदे भाई जदों तक जब लग जुगत ना जानिए भाओ भगत भगवान। ध्यान नाल सुनियो गल। भगत साहब जी कहन लगे भी वेखो, जदों तक अकाल पुरख नाल प्यार
ਤੇ ਉਸ ਦੀ ਭਗਤੀ ਦੀ ਜੁਗਤੀ ਦੀ ਸਮਝ ਨਹੀਂ ਨਾ, ਭਾਵ ਕਿ ਜਦੋਂ ਤੱਕ ਇਹ ਸਮਝ ਨਹੀਂ ਪਈ ਕਿ ਅਕਾਲ ਪੁਰਖ ਨਾਲ ਪਿਆਰ ਕਰਨਾ ਕਿਵੇਂ ਹੈ ਤੇ ਉਹਦੀ ਭਗਤੀ, ਉਹਦਾ ਬੰਦਗੀ ਸਿਮਰਨ ਕਿਵੇਂ ਕਰਨਾ ਹੈ। ਹੁਣ ਇਹ ਜੁਗਤੀ ਆ ਗਈ ਨਾ, ਤੇ ਜੁਗਤੀ ਤੋਂ ਬਿਨਾਂ ਕਦੇ ਮੁਕਤੀ ਨਹੀਂ ਹੁੰਦੀ। ਤੇ ਜੁਗਤੀ ਕਿਹਦੇ ਕੋਲ ਆ? ਸਤਿਗੁਰੂ ਦੇ ਕੋਲ। ਇਹ ਜੁਗਤੀ ਮਿਲਣੀ ਆ ਸਤਿਗੁਰੂ ਤੋਂ, ਤੇ ਜੁਗਤੀ ਮਿਲ ਗਈ ਤੇ ਫਿਰ ਮੁਕਤੀ ਹੈ। ਤੇ ਭਗਤ ਸਾਹਿਬ ਜੀ ਕਹਿੰਦੇ ਫਿਰ ਜੇ ਤੇਰੇ ਕੋਲੇ ਜੁਗਤੀ ਨਹੀਂ, ਤੇਰੇ ਕੋਲੇ ਭਾਵਨਾ ਨਹੀਂ, ਤੇਰੇ ਕੋਲੇ ਪਿਆਰ ਨਹੀਂ ਉਸ ਪ੍ਰਮਾਤਮਾ ਦੇ ਪ੍ਰਤੀ, ਸਤਿਗੁਰੂ ਦੇ ਪ੍ਰਤੀ, ਤਾਂ ਫਿਰ ਜਿੰਨੇ ਮਰਜ਼ੀ ਤੂੰ ਤੀਰਥ ਇਸ਼ਨਾਨ ਕਰੀ ਚੱਲ, ਕਿਆ ਜਪ ਜਿੰਨੇ ਮਰਜ਼ੀ ਜਪ ਕਰ, ਕਿਆ ਤਪ ਜਿੰਨੇ ਮਰਜ਼ੀ ਤਪ ਕਰੀ ਚੱਲ, ਜਿੰਨੇ ਮਰਜ਼ੀ ਸੰਜਮ ਰੱਖ ਲਾ, ਜਿੰਨੇ ਮਰਜ਼ੀ ਵਰਤ ਰੱਖ ਲਾ, ਜਿੰਨੇ ਮਰਜ਼ੀ ਤੂੰ ਇਸ਼ਨਾਨ ਕਰ ਲਾ, ਪਰ ਜਬ ਲਗ ਜੁਗਤ ਨਾ ਜਾਣੀਏ ਭਾਉ ਭਗਤ ਭਗਵਾਨ। ਜਿੰਨਾ ਚਿਕਰ ਅਕਾਲ ਪੁਰਖ ਨਾਲ ਪਿਆਰ ਤੇ ਉਸ ਦੀ ਭਗਤੀ ਦੀ ਜੁਗਤੀ ਦੀ ਸਮਝ ਨਹੀਂ, ਭਾਵ ਕਿ ਜਦ ਤੱਕ ਇਹ ਸਮਝ ਨਹੀਂ ਪਈ ਕਿ ਭਗਵਾਨ ਨਾਲ ਪਿਆਰ ਕਿਵੇਂ ਕਰਨਾ ਹੈ, ਭਗਵਾਨ ਦੀ ਭਗਤੀ ਕਰਨੀ ਹੀ ਕਿਵੇਂ ਹੈ, ਇਹ ਹੈ ਜੀਵਨ ਦੀ ਅਸਲ ਜੁਗਤ। ਤੇ ਜੁਗਤ ਮਿਲੀ ਸਤਿਗੁਰੂ ਤੋਂ। ਤੇ ਭਗਤ ਸਾਹਿਬ ਜੀ ਕਹਿੰਦੇ ਫਿਰ ਜਪ ਤਪ ਸੰਜਮ ਵਰਤ ਇਸ਼ਨਾਨ ਇਹ ਸਭ ਕਿਸੇ ਵੀ ਕੰਮ ਨਹੀਂ, ਕਿਉਂਕਿ ਇਹ ਲੋਕ ਵਿਖਾਵਾ ਬਣ ਜਾਂਦੇ ਹਨ। ਤੇ ਜਦੋਂ ਫਿਰ ਲੋਕ ਵਿਖਾਵਾ ਬਣ ਜਾਣ ਫਿਰ ਇਹ ਪਖੰਡ ਬਣਦਾ ਹੈ। ਜਦੋਂ ਪਖੰਡ ਬਣੇ ਤੇ ਫਿਰ ਹੰਕਾਰੀ ਹੋਈਦਾ ਹੈ। ਤੇ ਜਦੋਂ ਬੰਦਾ ਹੰਕਾਰੀ ਹੋ ਜਾਵੇ ਉੱਥੇ ਫਿਰ ਨਾਮ ਦੀ ਦਾਤ ਕਦੇ ਟਿਕ ਨਹੀਂ ਸਕਦੀ। ਅੱਗੇ ਹੁਣ ਭਗਤ ਸਾਹਿਬ ਜੀ ਕਹਿਣ ਲੱਗੇ, ਭਾਈ ਸੰਪੇ ਦੇਖ ਨਾ ਹਰਖੀਏ, ਬੇਪਤ ਦੇਖ ਨਾ ਰੋਏ, ਜਉ ਸੰਪੇ ਤੋ ਬਿਪਤ ਹੈ, ਬਿਦ ਨੇ ਰਚਿਆ ਸੋ ਹੋਏ। ਬੜੀਆਂ ਧਿਆਨ ਨਾਲ ਸੁਣਨ ਵਾਲੀਆਂ ਪੰਕਤੀਆਂ ਨੇ, ਕਿਉਂਕਿ ਐਸਾ ਤਾਂ ਕੋਈ ਹੈ ਹੀ ਨਹੀਂ ਕਿ ਆਪਣਾ ਰਾਜ ਭਾਗ ਵੇਖ ਕੇ ਤੇ ਖੁਸ਼ ਨਾ ਹੋਵੇ। ਐਸਾ ਵੀ ਕੋਈ ਨਹੀਂ ਵਿਪਤਾ ਆ ਜੇ ਤੇ ਰੋਵੇ ਕੋਈ ਨਾ। ਇਹਦੀ ਤਾਂ ਇੱਕ ਪੂਰਾ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਸਹੰਸਰਦਾਨ ਦੇ ਇੰਦਰ ਰਵਾਇਆ, ਪਰਸਰਾਮ ਰੋਵੇਂ ਕਰ ਆਇਆ, ਰੋਵੇ ਰਾਮ ਨਕਾਲਾ ਭਇਆ, ਸੀਤਾ ਲక్ష్మణ ਵਿਖੜ ਗਿਆ, ਰੋਵੇ ਰਾਜੇ ਕੰਨ ਪੜਾਏ, ਘਰ ਘਰ ਮੰਗੇ ਭੀਖਿਆ ਜਾਏ, ਪਾਂਡਵ ਰੋਏ ਭਏ ਮਜੂਰ, ਜਿਨ ਕੇ ਸੁਆਮੀ ਰਹਿਤ ਹਜ਼ੂਰ। ਕਹਿੰਦੇ ਉਹ ਤਾਂ ਏਡੇ ਏਡੇ ਬਲੀ, ਅਰਜਨ ਵਰਗੇ, ਰਾਮ ਵਰਗੇ, ਲక్ష్మణ ਵਰਗੇ, ਕਹਿੰਦੇ ਉਹ ਵੀ ਰੋਏ। ਸਮਾਂ ਆਇਆ ਰੋਣਾ ਪੈ ਗਿਆ ਜੀ ਉਹਨਾਂ ਨੂੰ, ਦੁਖੀ ਹੋ ਗਏ ਉਹ ਵੀ ਵਿਚਾਰੇ, ਜਿਨ੍ਹਾਂ ਨੂੰ ਖਾਸ ਕਰਕੇ ਅਸੀਂ ਭਗਵਾਨ ਕਹਿੰਦੇ, ਭਗਵਾਨ ਦਾ ਦਰਜਾ ਦਿੱਤਾ ਜਾਂਦਾ ਉਹਨਾਂ ਨੂੰ। ਤੇ ਗੁਰਬਾਣੀ ਕਹਿੰਦੀ ਰੋਣਾ ਪੈ ਗਿਆ ਜੀ, ਰੋਏ। ਸੱਚ ਹੈ, ਇਤਿਹਾਸ ਪੜ੍ਹਿਓ, ਰੋਏ। ਸਮਾਂ ਇੱਕ ਐਸਾ ਹੈ ਰੋਣਾ ਪੈ ਗਿਆ, ਦੁਖੀ ਹੋਏ ਵਿਚਾਰੇ। ਹੁਣ ਅੱਗੇ ਕਹਿਣ ਲੱਗੇ ਸੰਪੇ ਦੇਖ ਨਾ ਹਰਖੀਏ, ਬਿਪਤ ਦੇਖ ਨਾ ਰੋਏ। ਕਿਉਂ ਨਾ ਰੋਈਏ, ਕਿਉਂ ਨਾ ਹੱਸੀਏ? ਕਹਿੰਦੇ ਜਉ ਸੰਪੈ ਤਿਉਂ ਬਿਪਤ ਹੈ, ਬਿਦ ਨੇ ਰਚਿਆ ਸੋ ਹੋਏ। ਕਹਿੰਦੇ ਭਾਈ ਰਾਜ ਭਾਗ ਦੇ ਕੇ ਫੁੱਲੇ ਨਹੀਂ ਫਿਰਨਾ ਚਾਹੀਦਾ ਸਾਨੂੰ, ਬੜਾ ਖੁਸ਼ ਨਹੀਂ ਹੋਣਾ ਚਾਹੀਦਾ। ਤੇ ਜੇ ਮੁਸੀਬਤ ਆ ਜੇ ਤੇ ਮੁਸੀਬਤ ਨੂੰ ਵੇਖ ਕੇ ਦੁਖੀ ਨਹੀਂ ਹੋਣਾ ਚਾਹੀਦਾ। ਕਿਉਂ? ਕਿਉਂਕਿ ਜੋ ਕੁਝ ਪਰਮਾਤਮਾ ਕਰਦਾ ਹੋਣਾ ਉਹ ਹੈ, ਜਿਵੇਂ ਰਾਜ ਭਾਗ ਪ੍ਰਭੂ ਦਾ ਦਿੱਤਾ ਮਿਲਦਾ ਹੈ। ਬਸ ਕਹਿੰਦੇ ਫਿਰ ਵਿਪਤਾ ਵੀ ਉਸੇ ਦੀ ਪਾਈ ਮਿਲਦੀ ਹੈ ਨਾ, ਵਿਪਤਾ ਕਿਹੜਾ ਕਿਸੇ ਹੋਰ ਨੇ ਪਾਤੀ। ਜੇ ਰਾਗ ਭਾਗ ਸੁੱਖ ਉਸ ਦਾਤੇ ਨੇ ਦਿੱਤਾ। ਧੰਨ ਗੁਰੂ ਨਾਨਕ ਦਾਸ ਮਹਾਰਾਜ ਜੀ ਕਹਿਣ ਲੱਗੇ, ਧੰਨ ਗੁਰੂ ਪਹਿਲੇ ਪਾਤਸ਼ਾਹ ਕਹਿਣ ਲੱਗੇ, ਦਾਤਾ ਜੇ ਸੁੱਖ ਤੇਰੀ ਦਾਤ ਹੈ ਤੇ ਫਿਰ ਦੁੱਖ ਵੀ ਤੇਰੀ ਦਾਤ ਹੈ। ਜੇ ਸੁੱਖ ਨੂੰ ਦਾਤ ਮੰਨਦੇ ਹੋ ਨਾ, ਸੁੱਖ ਦਾਤ ਹੈ, ਤੇ ਸਤਿਗੁਰੂ ਕਹਿਣ ਲੱਗੇ ਫਿਰ ਦੁੱਖ ਵੀ ਤਾਂ ਦਾਤ ਹੀ ਹੈ ਨਾ। ਸੁੱਖ ਵੀ ਦਾਤ ਹੈ ਤੇ ਦੁੱਖ ਵੀ ਦਾਤ ਹੈ। ਤੇ ਭਗਤ ਸਾਹਿਬ ਕਹਿੰਦੇ ਜੇ ਰਾਜ ਭਾਗ ਤੇਰੇ ਕੋਲੇ ਹੈ ਤੇ ਇਹਨੂੰ ਜ਼ਿਆਦਾ ਖੁਸ਼ ਨਾ ਹੋਇਆ ਕਰ, ਤੇ ਜੇ ਮੁਸੀਬਤ ਆ ਗਈ ਤੇ ਵੇਖ ਕੇ ਰੋਇਆ ਨਾ ਕਰ। ਕਾਰਨ ਕਿ ਜੋ ਕੁਝ ਪਰਮਾਤਮਾ ਕਰਦਾ ਹੋਣਾ ਉਹ ਜਿਵੇਂ ਰਾਜ ਭਾਗ ਉਸ ਦਾਤੇ ਦਾ ਦਿੱਤਾ ਮਿਲਦਾ, ਇਵੇਂ ਬਿਪਤਾ ਵੀ ਹੈ ਉਸ ਦਾਤੇ ਦੀ ਪਾਈ ਮਿਲਦੀ। ਸਾਡੇ ਪਰਾਲਬਧ ਕਰਮਾਂ 'ਚ ਦੋਵੇਂ ਚੀਜ਼ਾਂ, ਰਾਜ ਭਾਗ ਵੀ ਮਿਲੇਗਾ ਤੇ ਸਾਡੇ ਪਰਾਲਬਧ ਕਰਮ, ਤੇ ਜੇ ਸਾਨੂੰ ਸੁੱਖ ਮਿਲੇਗਾ ਦੁੱਖ ਮਿਲੇਗਾ ਉਹ ਵੀ ਸਾਡੇ ਪਰਾਲਬਧ ਕਰਮ, ਉਹਨਾਂ ਕਰਮਾਂ ਅਨੁਸਾਰ ਹੀ ਮਿਲੇਗਾ। ਫਿਰ ਕਹਿੰਦੇ ਰੋਣਾ ਕਿਹਦਾ ਤੇ ਖੁਸ਼ ਕਾਹਦੇ ਵਾਸਤੇ ਹੋਣਾ।
ਅੱਗੇ ਕਹਿਣ ਲੱਗੇ, ਕਹਿ ਕਬੀਰ ਅਬ ਜਾਣਿਆ ਸੰਤਨ ਹਿਰਦੇ ਮਜ਼ਾਰ, ਸੇਵਕ ਸੋ ਸੇਵਾ ਭਲੇ ਜੇ ਕਟ ਬਸੇ ਮੁਰਾਰ। ਅਖੀਰ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਕਿਰਪਾ ਕੀਤੀ, ਸਮਝਾਉਣ ਲੱਗੇ। ਕਹਿਣ ਲੱਗੇ, ਕਬੀਰ ਆਖਦਾ ਭਾਈ, ਕਹਿੰਦੇ ਹੁਣ ਹੀ ਮੈਨੂੰ ਇਸ ਗੱਲ ਦੀ ਸਮਝ ਪਈ। ਕਹਿੰਦੇ ਹੁਣ ਮੈਨੂੰ ਸਮਝ ਪੈ ਗਈ। ਕਹੇ ਕਬੀਰ ਆਪ ਜਾਣਿਆ, ਕਹਿੰਦੇ ਹੁਣ ਮੈਂ ਇਸ ਗੱਲ ਨੂੰ ਸਮਝ ਲਿਆ, ਜਾਣ ਲਿਆ। ਹੁਣ ਜਾਣਿਆ ਕੀ ਹੈ? ਸੰਤਨ ਹਿਰਦੈ ਮਝਾਰ। ਕਹਿਣ ਲੱਗੇ ਹੁਣ ਮੈਨੂੰ ਸਮਝ ਆਈ ਕਿ ਜਿਹੜਾ ਪ੍ਰਮਾਤਮਾ ਨਾ ਉਹ ਕਿਸੇ ਬੈਕੁੰਠ ਵਿੱਚ ਨਹੀਂ ਵਸਦਾ, ਭਾਵ ਕਿ ਕਿਸੇ ਸਵਰਗ ਵਿੱਚ ਨਹੀਂ ਵਸਦਾ। ਉਹਦਾ ਵਾਸਾ ਕਿੱਥੇ ਹੈ? ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸਰਾਮ। ਕਹਿੰਦੇ ਉਹ ਭਗਤਾਂ ਦੇ ਹਿਰਦਿਆਂ ਵਿੱਚ ਵਸਦਾ ਹੈ, ਕਿਤੇ ਪਾਸੇ ਨਹੀਂ। ਕਹਿ ਕਬੀਰ ਅਬ ਜਾਣਿਆ ਸੰਤਨ, ਸੰਤਾਂ ਦੇ ਹਿਰਦਾ ਮਜ਼ਾਰ ਵਿੱਚ। ਕਹਿੰਦੇ ਭਾਈ ਮੈਨੂੰ ਸਮਝ ਹੀ ਹੁਣ ਪਈ ਹੈ ਕਿ ਮੈਂ ਰੱਬ ਨੂੰ ਤਾਂ ਸੁਰਗਾਂ ਵਿੱਚ ਭਾਲਦਾ ਫਿਰਦਾ, ਪਰ ਅਸਲ ਵਿੱਚ ਉਹ ਪ੍ਰਮਾਤਮਾ ਤਾਂ ਸੰਤਾਂ ਦੇ ਸਤਿਗੁਰੂ ਦੇ ਹਿਰਦਿਆਂ ਦੇ ਅੰਦਰ ਵਸਦਾ ਹੈ। ਸੇਵਕ ਸੋ ਸੇਵਾ ਭਲੇ ਜੇ ਘਟ ਬਸੇ ਮਰਾਰ। ਕਹਿੰਦੇ ਭਾਈ ਉਹੀ ਸੇਵਕ ਸੇਵਾ ਕਰਦੇ ਸੋਹਣੇ ਲੱਗਦੇ ਨੇ ਜਿਨ੍ਹਾਂ ਦੇ ਮਨ ਵਿੱਚ ਉਹ ਅਕਾਲ ਪੁਰਖ ਪਰਮਾਤਮਾ ਵਸਦਾ, ਭਾਵ ਜੋ ਪ੍ਰਭੂ ਦੀ ਸਿਫਤ ਸਲਾਹ ਕਰਦੇ ਹਨ ਉਹੀ ਸੇਵਾ ਤੇ ਭਗਤੀ ਬੰਦਗੀ ਸਿਮਰਨ ਕਰਦੇ ਸੋਹਣੇ ਲੱਗਦੇ ਨੇ। ਭਾਵ ਕੀ ਕਿ ਜਪ ਤੇ ਤਪ ਵਰਤ ਰੱਖ ਲਈਏ, ਜਪ ਕਰ ਲਈਏ, ਤਪ ਕਰ ਲਈਏ, ਤੀਰਥ ਇਸ਼ਨਾਨ ਆਦਿਕ ਇਹ ਕਹਿੰਦੇ ਸਾਰੇ ਆਸਰੇ ਛੱਡ ਜੋ ਮਨੁੱਖ ਭਗਵਾਨ ਦਾ ਭਜਨ ਕਰਦਾ ਹੈ ਉਹਨੂੰ ਇਹਨੇ ਸਾਰੇ ਕੀਤੇ ਹੋਏ ਕਰਮ ਕਾਂਡਾਂ ਦਾ ਫਲ ਮਿਲ ਜਾਂਦਾ ਹੈ। ਤੇ ਜੇਕਰ ਉਸ ਦਾਤੇ ਦੀ ਬੰਦਗੀ ਨਹੀਂ, ਸਿਮਰਨ ਨਹੀਂ, ਭਾਵਨਾ ਨਹੀਂ, ਪਿਆਰ ਨਹੀਂ, ਜੁਗਤੀ ਨਹੀਂ, ਤੇ ਫਿਰ ਜਪ ਕਰ ਲਿਓ, ਤਪ ਕਰ ਲਿਓ, ਤੀਰਥ ਇਸ਼ਨਾਨ ਕਰ ਲਿਓ, ਵਰਤ ਰੱਖ ਲਿਓ, ਕਿਸੇ ਵੀ ਕੰਮ ਨਹੀਂ ਆਉਣੇ। ਇਹ ਕਿਸੇ ਵੀ ਕੰਮ ਨਹੀਂ ਉਹਨਾਂ ਸਫਲ ਨੇ। ਤੇ ਜਪ ਤਪ ਵਰਤ ਤੀਰਥ ਇਸ਼ਨਾਨ ਆਦਿਕ ਸਾਰੇ ਆਸਰੇ ਛੱਡ ਕੇ ਜਿਹੜਾ ਮਨੁੱਖ ਉਸ ਦਾਤੇ ਦਾ ਭਜਨ ਕਰਦਾ ਉਸ ਦੀ ਐਸੀ ਉੱਚੀ ਆਤਮਿਕ ਅਵਸਥਾ ਜਿਹਨੂੰ ਪਰਮ ਨਿਧਾਨ ਕਹਿ ਗਿਆ, ਕਹਿੰਦੇ ਐਸੀ ਉੱਚੀ ਅਵਸਥਾ ਆਤਮਿਕ ਅਵਸਥਾ ਬਣਦੀ ਹੈ ਕਿ ਜਗਤ ਦੇ ਦੁੱਖ ਸੁੱਖ ਉਸ ਨੂੰ ਫਿਰ ਹੋ ਨਹੀਂ ਸਕਦੇ। ਸਾਰੇ ਜਗਤ ਦੇ ਦੁੱਖ ਸੁੱਖ ਉਸ ਨੂੰ ਪ੍ਰਭੂ ਦੀ ਰਜ਼ਾ ਵਿੱਚ ਆਉਂਦੇ ਤੇ ਜਾਂਦੇ ਨਜ਼ਰ ਆਉਂਦੇ ਨੇ। ਇਸ ਵਾਸਤੇ ਉਹ ਮਨੁੱਖ ਨਾ ਕਿਸੇ ਸੁਰਗ ਦੀ ਤਾਂਘ ਕਰੇਗਾ ਤੇ ਨਾ ਫਿਰ ਨਰਕਾਂ ਤੋਂ ਡਰੇਗਾ। ਉਹਨੂੰ ਪਤਾ ਹੈ ਕਿ ਨਾ ਮੈਨੂੰ ਸੁਰਗਾਂ ਦੀ ਆਸ ਤੇ ਨਾ ਮੈਨੂੰ ਨਰਕਾਂ ਦਾ ਡਰ। ਜੋ ਕੁਝ ਹੋਣਾ ਉਸ ਅਕਾਲ ਪੁਰਖ ਨੇ ਕਰਨਾ ਉਹ ਇੱਕ ਦਿਨ ਹੋਵੇਗਾ ਹੀ ਹੋਵੇਗਾ ਜੀ। ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਰੂਪ ਸਾਧ ਸੰਗਤ ਜੀਓ, ਪਾਵਨ ਸ਼ਬਦ ਦੀ ਵਿਚਾਰ ਕਰਦਿਆਂ ਹੋਇਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ, ਤਰੁੱਟੀਆਂ ਰਹਿ ਜਾਂਦੀਆਂ ਨੇ। ਆਪ ਸਾਧ ਸੰਗਤ ਬਖਸ਼ਣਯੋਗ ਹੋ ਜੀ। ਹੋਈਆਂ ਅਨੇਕ ਭੁੱਲਾਂ ਨੂੰ ਬਖਸ਼ ਲੈਣਾ ਜੀ। ਆਓ ਆਨੰਦ ਸਾਹਿਬ 6 ਪੌੜੀਆਂ ਦਾ ਜਾਪ ਅਪਰੰਤ ਅਰਦਾਸ ਬੇਨਤੀ ਨਾਲ ਜੁੜਾਂਗੇ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਅਤ ਗੁਰ ਤਾਂ ਪਾਇਆ ਸਹਿ ਸੇਤੀ ਮਨ ਵੱਜੀਆਂ ਵਧਾਈਆਂ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਂ ਵੜਿਆਈਆਂ। ਸਬਦੂ ਤਾਂ ਗਾਉ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰਿ ਨਾਲੇ। ਹਰਿ ਨਾ ਰਹੋ ਤੂੰ ਮਨ ਮੇਰੇ। ਦੂਖ ਸਭ ਸਾਰਨਾ ਅੰਗੀਕਾਰੂ ਕਰੇ ਤੇਰਾ। ਕਾਰਜ ਸਭ ਸਵਾਰਨਾ।
ਸਭਨਾ ਗੱਲਾਂ ਸਮਰੱਥ ਸੁਆਮੀ, ਸੂ ਕਿਉ ਮਨੋ ਵਿਸਾਰੇ। ਐ ਨਾਨਕ ਮਨ ਵੀਰੇ, ਸਦਾ ਰਹੋ ਹਰਿ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇ ਸੋ ਪਾਵੇ, ਸਦਾ ਸਿਵ ਸਲਾਹ ਤੇਰੀ ਨਾ ਮਨ ਵਸਾਵੇ। ਨਾਮ ਜਨ ਕੈ ਮਨ ਵਸਿਆ, ਵਾਜੇ ਸ਼ਬਦ ਕਰੀਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ, ਸਾਚਾ ਨਾਮ ਬਿਨਾ ਆਧਾਰੂ। ਸਾਚ ਨਾਮ ਆਧਾਰ ਬਿਨਾ ਜਿਨ ਭੁੱਖਾਂ ਸਭ ਗਵਾਈਆਂ। ਹਰ ਸ਼ਾਂਤ ਸੁਖ ਮਨ ਆਈ ਵਸਿਆ, ਜਿਨ ਇੱਛਾ ਸਭ ਪਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟਹੁ, ਜਿਸ ਦੀਆਂ ਏ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਮਿਆਰੂ। ਸਾਚਾ ਨਾਮ ਮੇਰਾ ਦਾਰੂ। ਵਾਜੇ ਪੰਜ ਸ਼ਬਦ ਦੇ ਘਰ ਸੁਭਾਗੇ, ਹਰ ਸੁਭਾਗਾ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਹੋਰ ਕਰ ਮਾਇਆ ਤੁਧ ਜਿਨ ਕਉ। ਸੇ ਨਾਮ ਹਰਿ ਕੈ ਲਾਗੇ, ਕਹੇ ਨਾਨਕ ਤਾਂ ਸੁਖ ਹੋਵੈ। ਤਿਤ ਕਾਰਿਆ ਨ ਹਦ ਵਾਜੇ, ਆਨੰਦ ਸੁਣੋ ਵਡ ਭਾਗੀ ਹੋ। ਸਾਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ। ਉਤਰੇ ਸਗਲ ਵਸੂਰੇ, ਦੁਖ ਰੋਗ ਸਨ ਤਾਪ ਉਤਰੇ। ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ। ਪੂਰੇ ਗੁਰ ਤੇ ਜਾਣੀ, ਸੁਣ ਤੇ ਪਨੀਤ ਕਹਤੇ ਪਵਿੱਤ। ਸਤਿਗੁਰ ਰਿਹਾ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ, ਸਲੋਕ ਪਾਵਨ ਗੁਰੂ ਪਾਣੀ ਪਿਤਾ। ਮਾਤਾ ਧਰਤ ਮਹਾਤ, ਦਿਵਸ ਰਾਤ ਦੋਏ ਦਾਈ ਦਾਇਆ। ਹਿਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ। ਵਾਚਾਈ ਧਰਮ ਹਦੂਰ, ਕਰਮੀ ਆਪ ਆਪਣੀ। ਕੇ ਨੇੜਾ ਕੇ ਦੂਰ, ਜਿਨੀ ਨਾਮ ਧਿਆਇਆ। ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ। ਕੀਤੀ ਛੁੱਟੀ ਹੀ ਨਾਲ, ਜਿਨੇ ਨਾਮ ਧਿਆਇਆ। ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ। ਕੀਤੀ ਛੁੱਟੀ ਹੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਪੈ ਅਰਦਾਸ। ਤੂੰ ਆਪ ਦਿਖਾਓ ਹਮ